ਤੇ ਉਹ ਦਾਤਨ ਅੱਜ ਇੱਕ ਬਹੁਤ ਵੱਡਾ ਹਰਿਆ ਭਰਿਆ ਬਹੁਤ ਹੀ ਵੱਡਾ ਦਰਖਤ ਹੈ ਜੋ ਕਿ ਪੂਰੇ ਲਦਾਖ ਦੇ ਅੰਦਰ ਉਸ ਦਰਖਤ ਵਰਗਾ ਕੋਈ ਹੋਰ ਦਰਖਤ ਨਹੀਂ। ਇਕੱਲਾ ਇੱਕੋ ਇੱਕ ਦਰਖਤ ਕੇ ਇੱਕ ਬਹੁਤ ਵੱਡਾ ਜਿਹੜਾ ਪੱਥਰ ਸੀ ਉਸ ਪਹਾੜੀ ਦੇ ਉੱਤੋਂ ਰੋੜਿਆ ਕਿ ਇਹ ਇਨਸਾਨ ਹੇਠਾਂ ਦਬ ਕੇ ਤੇ ਮਰ ਜਾਏ। ਅਸੀਂ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਪੱਥਰ ਸਾਹਿਬ ਤੇ ਰੋਡ ਦੇ ਉੱਪਰ ਹੈ ਜੀ। ਉਹ ਉੱਪਰ ਨਿਸ਼ਾਨ ਸਾਹਿਬ ਤੁਸੀਂ ਦੇਖ ਰਹੇ ਹੋ। ਇਸ ਜਗ੍ਹਾ ਤੋਂ ਪੱਥਰ ਸੁੱਟਿਆ ਗਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਤੇ ਇਸ ਜਗ੍ਹਾ ਤੇ ਆਣ ਕੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਬੈਠੇ ਸੀ ਤੇ ਉਦੋਂ ਆਪਣਾ ਪੱਥਰ ਇੱਥੇ ਆਣ ਕੇ ਰੁਕਿਆ ਸੀ। ਪੱਥਰ ਜਿਹੜਾ ਮੋਮ ਦਾ ਬਣ ਗਿਆ ਸੀ ਇੱਥੇ ਆਣ ਕੇ ਆਉਂਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਆਪ ਸਭ ਸੰਗਤਾਂ ਦੇ ਚਰਨਾਂ ਦੇ ਅੰਦਰ ਬੇਨਤੀ ਹੈ ਕਿ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਤ ਹੁਕਮ ਆਵ ਜੀਓ। ਪਾਤਸ਼ਾਹ ਜੀ ਸੰਸਾਰ ਨੂੰ ਚਾਨਣ ਮੁਨਾਰਾ ਕਰਨ ਵਾਸਤੇ ਗਿਆਨ ਵੰਡਣ ਵਾਸਤੇ ਸਭ ਤੋਂ ਪਹਿਲਾਂ ਵਹੀ ਨਦੀ ਚੋਂ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਤੇ ਪਾਤਸ਼ਾਹ ਨੇ ਨਾਰਾ ਦਿੱਤਾ ਇੱਕ ਓੰਕਾਰ परमात्मा एक है, एको है भाई एको है साहिब मेरा एको है एक पिता एकस के हम बारिक। पातशाह ने उस एक दे लड़ समुचे संसार नूं गुरु नानक नाम लेवा गुरु किया सिख संगतां नूं जोड़ना कीता ते नाल ही कहा कि ना को हिंदू ना मुसलमान सब तो पहला असीं परमात्मा दे बनाए हुए इंसान हा ते सब तो पहला साडे अंदर ओ दया ते धर्म होना चाहिए क्योंकि तोल धर्म दया का पूत। पातशाह जी ने अपने घर परिवार का सुख त्यागदे होया उस समय दे समाजिक धार्मिक आर्थिक राजनीतिक हालत इन्ने माड़े सन कि किसी नूं सिर चुकण का मौका नहीं मिलता सी। पातशाह जी ने उस समय अपने घर का परिवार का सुख छड़ करके रेत अक आहार कर रोड़ां दी गुर करी बिछाई ते संसार नूं ज्ञान देण वास्ते सच दा मार्ग दसण दे वास्ते ते जिथे जिथे भी अंध विश्वास सी उस अंध विश्वास नूं दूर करन वास्ते पातशाह जी ने थां थां दे उत्ते जिहड़ा उदासियां कीतियां यात्रावां कीतियां। पातशाह जी दीयां ये 4 यात्रा 1500 तो शुरू हो करके 1521 तक जिहड़ियां रहियां। तीसरी यात्रा उदासी दे दौरान धन श्री गुरु नानक देव पिता महाराज इस लद्दाख की धरती के उत्ते आए तो लद्दाख की धरती के उत्ते आकर के पहला लेह के अंदर रहे। पातशाह ने उस थां ते बैठ करके इन्हां लद्दाख के लोगों नूं उस सच दे नाल उस एक दे नाल परमात्मा दे नाल जोड़ना कीता ते नाल ही जिहड़ा उन्हां दे दुख दूर कीते। उस समय दे अंदर लोकां ने बेनती की कि पातशाह इस थां दे उत्ते ऑक्सीजन नहीं है, कोई हरियाली नहीं है, कोई दरख्त नहीं है ते उस समय पातशाह जो दातन कर रहे सन वो दातन धरती के उत्ते गड़ दिता गुरु प्यारिओ ते वो दातन अज एक बहुत वड्डा हरिया भरिया बहुत ही वड्डा दरख्त है जो कि पूरे लद्दाख के अंदर उस दरख्त वर्गा कोई होर दरख्त नहीं। इकल्ला इक्को एक दरख्त है अज भी जिहड़ा वो दरख्त हरिया भरिया है जिस पावन स्थान के उत्ते बैठ करके धन श्री गुरु नानक देव पिता महाराज ने लोगों को ज्ञान दिता सी सच का मार्ग विखाया सी। वो सिला भी अज मौजूद है गुरु प्यारिओ। लद्दाखी लोग
ਉਸ ਦਰਖਤ ਦੀ ਇੰਨੀ ਪੂਜਾ ਕਰਦੇ ਹਨ ਕਿ ਉਸ ਦਰਖਤ ਦੇ ਹੇਠੋਂ ਕਦੇ ਆਪਣਾ ਮੁਰਦਾ ਨਹੀਂ ਕੱਢਦੇ। ਇੱਥੋਂ ਤੱਕ ਕਿ 3 ਤੋਂ 5 ਵਾਰ ਇਹ ਲੋਕੀ ਉਸ ਦਰਖਤ ਨੂੰ ਮੱਥਾ ਟੇਕਦੇ ਨੇ ਤੇ ਉਸ ਦੀ ਪੂਜਾ ਕਰਦੇ ਨੇ। ਉਪਰੰਤ ਪਾਤਸ਼ਾਹ ਜੀ ਜਦੋਂ ਤੀਸਰੀ ਉਦਾਸੀ ਦੇ ਦੌਰਾਨ 1517 ਦੇ ਅੰਦਰ ਸ਼੍ਰੀਨਗਰ ਵੱਲ ਚਾਲੇ ਪਾ ਰਹੇ ਸਨ ਤੇ ਇਸ ਸਥਾਨ ਦੇ ਉੱਤੇ ਆ ਕਰਕੇ ਬੈਠ ਕੇ ਉਸ ਪਰਮਾਤਮਾ ਦੇ ਨਾਲ, ਉਸ ਨਿਰੰਕਾਰ ਦੇ ਨਾਲ, ਉਸ ਇੱਕ ਦੇ ਨਾਲ ਜੁੜੇ ਤੇ ਨਾਲ ਹੋਰਾਂ ਨੂੰ ਵੀ ਜੋੜਿਆ। ਲੋਕ ਇੱਥੇ ਇਕੱਠੇ ਹੋ ਕਰਕੇ ਪਾਤਸ਼ਾਹ ਜੀ ਦੀ ਸ਼ਰਨ ਦੇ ਅੰਦਰ ਆਉਣ ਲੱਗੇ। ਲੋਕਾਂ ਨੇ ਬੇਨਤੀ ਕੀਤੀ, ਪਾਤਸ਼ਾਹ ਇੱਕ ਰਾਖਸ਼ ਜਿਹੜਾ ਇਸ ਪਹਾੜੀ ਦੇ ਉੱਤੇ ਰਹਿੰਦਾ ਉਹ ਸਾਨੂੰ ਬਹੁਤ ਤੰਗ ਕਰਦਾ ਹੈ, ਸਾਡੇ ਜਾਨਵਰਾਂ ਨੂੰ ਨਹੀਂ ਛੱਡਦਾ, ਸਾਨੂੰ ਨਹੀਂ ਛੱਡਦਾ। ਹੌਲੀ ਹੌਲੀ ਲੋਕੀ ਪਾਤਸ਼ਾਹ ਜੀ ਦੇ ਨਾਲ ਜੁੜਨ ਲੱਗੇ ਗੁਰੂ ਪਿਆਰਿਓ, ਤੇ ਇਸ ਥਾਂ ਦੇ ਉੱਤੇ ਲੋਕ ਆਉਣ ਲੱਗੇ। ਰਾਖਸ਼ ਉਤੋਂ ਗੁੱਸੇ ਦੇ ਅੰਦਰ ਹੋਣ ਲੱਗਾ। ਉਹਨੇ ਕੀ ਕੀਤਾ, ਇੱਕ ਦਿਨ ਗੁੱਸੇ ਦੇ ਅੰਦਰ ਆ ਕਰਕੇ ਇੱਕ ਬਹੁਤ ਵੱਡਾ ਜਿਹੜਾ ਪੱਥਰ ਸੀ ਉਸ ਪਹਾੜੀ ਦੇ ਉੱਤੋਂ ਰੋੜਿਆ ਕਿ ਇਹ ਇਨਸਾਨ ਹੇਠਾਂ ਦਬ ਕੇ ਤੇ ਮਰ ਜਾਏਗਾ। ਗੁਰੂ ਪਿਆਰਿਓ ਪੱਥਰ ਰੇੜ ਕੇ ਕਹਿੰਦੇ ਹੇਠਾਂ ਆਇਆ। ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਕਿਉਂਕਿ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਉਹ ਪਰਮਾਤਮਾ ਦੇ ਰੂਪ ਜਿਹੜੇ ਸੰਸਾਰ ਦੇ ਅੰਦਰ ਲੋਕਾਂ ਨੂੰ ਜੋੜਨ ਵਾਸਤੇ, ਅਗਿਆਨਤਾ ਨੂੰ ਦੂਰ ਕਰਨ ਵਾਸਤੇ ਆਏ ਸਨ। ਕਹਿੰਦੇ ਹਨ ਕਿ ਜਦੋਂ ਪੱਥਰ ਹੇਠਾਂ ਆ ਕਰਕੇ ਪਾਤਸ਼ਾਹ ਜੀ ਦੇ ਸਰੀਰ ਨੂੰ ਉਹ ਛੋਹ ਪ੍ਰਾਪਤ ਕਰਦਾ ਹੈ ਤੇ ਪੱਥਰ ਜਿਹੜਾ ਮੋਮ ਬਣ ਜਾਂਦਾ ਹੈ। ਪੂਰੀ ਆਕ੍ਰਿਤੀ ਧੰਨ ਸ਼੍ਰੀ ਗੁਰੂ ਨਾਨਕ ਦੇ ਪਿਤਾ ਮਹਾਰਾਜ ਜੀ ਉਹ ਉਸ ਪੱਥਰ ਦੇ ਅੰਦਰ ਉੱਭਰ ਜਾਂਦੀ ਹੈ। ਰਾਖਸ਼ ਹੇਠਾਂ ਆਉਂਦਾ ਹੈ, ਹੇਠਾਂ ਆ ਕਰਕੇ ਸੋਚਦਾ ਹੈ ਕਿ ਭਾਈ ਉਹ ਇਨਸਾਨ ਦਬ ਕੇ ਹੇਠਾਂ ਮਰ ਗਿਆ ਹੋਣਾ, ਹੁਣ ਮੈਂ ਆਪਣਾ ਕੰਮ ਕਰਾਂਗਾ। ਗੁਰੂ ਕੀ ਪਿਆਰੀ ਸਾਧ ਸੰਗਤ, ਜਦੋਂ ਆ ਕਰਕੇ ਵੇਖਦਾ ਹੈ ਕਿ ਉਹ ਇਨਸਾਨ ਤੇ ਉਸੇ ਤਰ੍ਹਾਂ ਉਸ ਪਰਮਾਤਮਾ ਦੇ ਨਾਮ ਦੇ ਨਾਲ ਮਦਮਸਤ ਹੋ ਕਰਕੇ ਬੈਠਾ ਹੋਇਆ, ਉਸ ਨੂੰ ਹੋਰ ਜ਼ਿਆਦਾ ਗੁੱਸਾ ਆਉਂਦਾ ਹੈ। ਉਹ ਫਿਰ ਕੀ ਕਰਦਾ, ਆਪਣਾ ਸੱਜਾ ਪੈਰ ਕੱਢ ਕੇ ਉਸ ਪੱਥਰ ਦੇ ਅੰਦਰ ਮਾਰਨਾ ਕਰਦਾ ਹੈ, ਕਿਉਂਕਿ ਉਹ ਰਾਖਸ਼ ਵੀ ਕਹਿੰਦੇ ਨੇ ਬਲਸ਼ਾਲੀ ਸੀ, ਉਹਦੇ ਅੰਦਰ ਵੀ ਬਲ ਸੀ, ਤਾਂ ਕਿ ਮੈਂ ਆਪਣਾ ਸੱਜਾ ਪੈਰ ਜਦੋਂ ਬਲ ਦੇ ਨਾਲ ਇਸ ਦੇ ਉੱਤੇ ਮਾਰਾਂਗਾ ਇਹ ਇਨਸਾਨ ਹੇਠਾਂ ਦਬ ਜਾਏਗਾ। ਪਰਮਾਤਮਾ ਦੀ ਕਰਨੀ ਗੁਰੂ ਪਿਆਰੋ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਸ ਰਾਖਸ਼ ਦਾ ਪੈਰ ਜਿਹੜਾ ਉਹ ਸੱਜਾ ਫਸ ਜਾਂਦਾ ਇਸ ਪੱਥਰ ਦੇ ਅੰਦਰ। ਫਿਰ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਇਹ ਤੇ ਕੋਈ ਆਪ ਪਰਮਾਤਮਾ ਦਾ ਰੂਪ ਹੈ, ਮੇਰੇ ਤੋਂ ਬਹੁਤ ਵੱਡੀ ਕੋਈ ਭੁੱਲ, ਕੋਈ ਗਲਤੀ ਹੋ ਗਈ ਹੈ। ਉਹ ਹੱਥ ਬਨ ਕੇ ਮਾਫ ਕਰਦਾ ਹੈ ਕਿ ਪਰਮਾਤਮਾ ਦਾ ਰੂਪ ਮੇਰੇ ਕੋਲੋਂ ਗਲਤੀ ਹੋਈ, ਖਤਾ ਹੋਈ, ਮੈਂ ਆਪ ਜੀ ਨੂੰ ਪਛਾਣ ਨਹੀਂ ਸਕਿਆ, ਕਿਰਪਾ ਕਰਕੇ ਆਪ ਜੀ ਮੇਰੇ ਅਵਗੁਣ ਬਖਸ਼ੋ, ਮੈਨੂੰ ਮਾਫ ਕਰਨਾ ਕਰੋ। ਗੁਰੂ ਕੀ ਪਿਆਰੀ ਸਾਧ ਸੰਗਤ, ਧੰਨ ਸ਼੍ਰੀ ਗੁਰੂ ਨਾਨਕ ਦੇ ਪਿਤਾ ਮਹਾਰਾਜ ਕਹਿੰਦੇ ਨਾ ਕਿ ਹੈ ਭਾਈ, ਪਰਮਾਤਮਾ ਨੇ ਜੇਕਰ ਆਪ ਜੀ ਨੂੰ ਕੋਈ ਸ਼ਕਤੀ ਦਿੱਤੀ ਹੈ, ਕੋਈ ਪਾਵਰ ਦਿੱਤੀ ਹੈ, ਲੋਕਾਂ ਦਾ ਭਲਾ ਕਰੋ, ਲੋਕਾਂ ਨੂੰ ਜੋੜਨਾ ਕਰੋ, ਲੋਕਾਂ ਨੂੰ ਸੁੱਖ ਦਿਓ, ਨਾ ਕਿ ਉਹਨਾਂ ਨੂੰ ਤੰਗ ਕਰਕੇ ਦੁਖੀ ਕਰੋ। ਤੇ ਇਹ ਪਰਮਾਤਮਾ ਦੀ ਦਿੱਤੀਆਂ ਹੋਈਆਂ ਚੀਜ਼ਾਂ ਨੇ, ਇਸ ਦਾ ਮਾਣ ਤੇ ਹੰਕਾਰ ਨਹੀਂ ਕਰਨਾ ਚਾਹੀਦਾ। ਕਹਿੰਦੇ ਨੇ ਉਹ ਰਾਖਸ਼ ਫਿਰ ਸੁਧਰਿਆ ਤੇ ਇੱਕ ਅੱਛਾ ਇਨਸਾਨ ਬਣਿਆ। ਗੁਰੂ ਕੀ ਪਿਆਰੀ ਸਾਧ ਸੰਗ, ਇਹ ਪਾਵਨ ਜਿਹੜਾ ਗੁਰਦੁਆਰਾ ਸਾਹਿਬ ਅੱਜ ਗੁਰਦੁਆਰਾ ਪੱਥਰ ਸਾਹਿਬ ਦੇ ਨਾਲ ਸੁਸ਼ੋਭਿਤ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇ ਪਿਤਾ ਮਹਾਰਾਜ ਸਿੱਖ ਧਰਮ ਦੇ ਬਾਨੀ ਗੁਰੂ, ਉਹਨਾਂ ਦੇ ਨਾਮ ਦੇ ਨਾਲ ਇਹ ਗੁਰਦੁਆਰਾ ਸਾਹਿਬ ਅੱਜ ਨਾ ਕੇਵਲ ਹਿੰਦੁਸਤਾਨ ਦੇ ਅੰਦਰ, ਪੂਰੇ ਸੰਸਾਰ ਦੇ ਅੰਦਰ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਦੂਰੋਂ ਦੂਰੋਂ ਸੰਗਤਾਂ ਆ ਕਰਕੇ ਨਤਮਸਤਕ ਹੁੰਦੀਆਂ ਨੇ, ਅਰਦਾਸਾਂ ਕਰਦੀਆਂ ਨੇ ਤੇ ਸਤਿਗੁਰੂ ਜੀ ਦੀ ਇੰਨੀ ਕਿਰਪਾ ਹੈ, ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ। ਜਿਹੜੇ ਜਿਸ ਤਰ੍ਹਾਂ ਦੀਆਂ ਆਸਾਂ, ਮੁਰਾਦਾਂ, ਨੀਤਾਂ ਲੈ ਕੇ ਆਉਂਦੇ ਨੇ, ਧੰਨ ਸ਼੍ਰੀ ਗੁਰੂ ਨਾਨਕ ਦੇ ਪਿਤਾ ਮਹਾਰਾਜ ਉਹਨਾਂ ਦੀਆਂ ਅਰਦਾਸਾਂ, ਉਹਨਾਂ ਦੀਆਂ ਆਸਾਂ ਪੂਰੀਆਂ ਕਰਦੇ ਨੇ। ਅੱਜ ਵੀ ਇੱਥੋਂ ਦੇ ਲੱਦਾਖੀ ਲੋਕ ਇਸ ਪੱਥਰ ਨੂੰ ਬਹੁਤ ਮੰਨਦੇ ਨੇ, ਕਿਉਂਕਿ ਪਹਿਲਾਂ ਵੀ ਮੰਨਦੇ ਸੀ। ਇਹ ਧੰਨ ਸ਼੍ਰੀ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੂੰ ਲਿੰਪੋ ਜੀ ਲਾਮਾ ਕਹਿੰਦੇ ਸਨ, ਜਿਸ ਦਾ ਭਾਵ ਅਰਥ ਹੈ ਕਿ ਵੱਡਾ ਗੁਰੂ, ਬਹੁਤ ਵੱਡਾ ਗੁਰੂ। ਅੱਜ ਵੀ ਆ ਕਰਕੇ ਇਹ 3 ਤੋਂ 5 ਵਾਰ ਮੱਥਾ ਟੇਕਣਾ ਕਰਦੇ ਨੇ। ਕੁਝ ਸਮੇਂ ਜਿਹੜਾ ਇਹ ਇੱਥੋਂ ਦੇ ਲੋਕਾਂ ਨੇ ਦੇਖਭਾਲ ਕੀਤੀ। ਕਹਿੰਦੇ ਨਾ ਜਦੋਂ 1962 ਦੇ ਅੰਦਰ ਭਾਰਤ ਚਾਈਨਾ ਦਾ ਜਦੋਂ ਯੁੱਧ ਹੋਇਆ, ਲੜਾਈ ਹੋਈ, ਤੇ ਉਸ ਤੋਂ ਉਪਰੰਤ 1970 ਦੇ ਅੰਦਰ ਜਦੋਂ ਇੱਥੋਂ ਦਾ ਰੋਡ ਬਣਨ ਲੱਗਾ ਤੇ ਰੋਡ ਬਣਦਿਆਂ ਕਹਿੰਦੇ ਨੇ ਇਹ ਪੱਥਰ ਅੱਗੇ ਆਇਆ। ਇੱਥੋਂ ਦੇ ਇੰਜੀਨੀਅਰ ਜਿਹੜੇ ਮੰਨਦੇ ਨਹੀਂ ਸਨ, ਰਾਤ ਨੂੰ ਸੁਪਨੇ ਦੇ ਅੰਦਰ ਉਹਨਾਂ ਨੂੰ ਪਤਾ ਲੱਗਾ, ਨਹੀਂ ਮੰਨੇ। ਫਿਰ ਦੂਜੀ ਦਿਨ ਉਹਨਾਂ ਦੀਆਂ ਮਸ਼ੀਨਾਂ ਖਰਾਬ ਹੋਈਆਂ। ਇੱਥੋਂ ਦੇ ਲੋਕਾਂ ਨੇ ਕਿਹਾ ਬਈ ਇਹ ਰਿੰਪੋ ਜੀ ਨਾਮਾ ਉਹਦੇ ਪਾਵਨ ਸਥਾਨ ਹੈ। ਗੁਰੂ ਕੀ ਪਿਆਰਿਓ, ਫਿਰ ਇਹ ਸਥਾਨ ਪ੍ਰਗਟ ਹੋਇਆ। ਪਹਿਲਾਂ ਇਸ ਸਥਾਨ ਨੂੰ ਗ੍ਰਿਫ ਜਿਹੜਾ ਬੜੀ ਦੇਖਭਾਲ ਕਰਦੀ ਸੀ, ਉਪਰੰਤ ਅੱਜ
14 ਕੋਰ ਆਰਮੀ ਜਿਹੜੀ ਹੈ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਰਿਸਪੌਂਸਿਬਿਲਟੀ ਸਾਰੀ 14 ਕੋਰ ਦੀ ਹੈ। ਗੁਰੂ ਦੀ ਕਿਰਪਾ ਸਦਕਾ ਅੱਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੇ ਇਸ ਪਾਵਨ ਸਥਾਨ ਦੇ ਉੱਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਇੱਥੇ ਸੁਸ਼ੋਭਿਤ ਹੈ ਤੇ ਗੁਰੂ ਕੀਆਂ ਸੰਗਤਾਂ ਇਸ ਪਾਵਨ ਸਥਾਨ ਦੇ ਉੱਤੇ ਨਤਮਸਤਕ ਹੋ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਆਪ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਸਾਹਿਬ ਅੱਜ ਸੁਸ਼ੋਭਿਤ ਹੈ। ਇੱਥੇ ਤਕਰੀਬਨ 80 ਫੁੱਟ ਲੰਬਾ ਹਾਈਡ੍ਰੋਲਿਕ ਜਿਹੜਾ ਹੈ ਉਹ ਨਿਸ਼ਾਨ ਸਾਹਿਬ ਹੀ ਕਿਉਂਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਨਿਸ਼ਾਨ ਸਾਹਿਬ ਹੀ ਸੁਸ਼ੋਭਿਤ ਹੈ। ਪਿਛਲੇ ਸਮੇਂ ਦੇ ਅੰਦਰ ਇੱਥੇ ਬਹੁਤ ਸੋਹਣੇ ਗੁੰਮਦ ਲੱਗੇ ਨੇ। ਗੁਰੂ ਕੀ ਪਿਆਰੀ ਸਾਧ ਸੰਗਤ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ 24 ਘੰਟੇ ਚਾਹ ਦਾ ਲੰਗਰ ਭਾਵੇਂ ਸਰਦੀ ਹੋਵੇ ਗਰਮੀ ਹੋਵੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਚਾਹ ਪਾਣੀ ਦੇ ਲੰਗਰ ਇੱਥੇ ਚੱਲਦੇ ਨੇ। ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ। ਗੁਰੂ ਕੀਆਂ ਸੰਗਤਾਂ ਦੇ ਵਾਸਤੇ ਇੱਥੇ ਹਮੇਸ਼ਾ ਅਸੀਂ ਤਿਆਰ ਬਰ ਤਿਆਰ ਉਹਨਾਂ ਦੇ ਸੇਵਾ ਵਾਸਤੇ ਹਾਜ਼ਰ ਹਾਂ। ਆਪ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਕਿ ਆਪ ਵੀ ਇੱਥੇ ਆਓ, ਹੋਰਾਂ ਨੂੰ ਵੀ ਲੈ ਕੇ ਆਓ। ਧੰਨ ਸ਼੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੇ ਇਸ ਪਾਵਨ ਸਥਾਨ ਦੇ ਦਰਸ਼ਨ ਕਰਕੇ ਆਪ ਸਮੂਹ ਸੰਗਤਾਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।